अस्सलाम वालेकुम व्यूअर्स। हैप्पी इंडिपेंडेंस डे। पाकिस्तान 14 अगस्त ਨੂੰ ਆਜ਼ਾਦ ਹੋਇਆ ਤੇ 15 ਅਗਸਤ ਨੂੰ ਇੰਡੀਆ ਆਜ਼ਾਦ ਹੋਇਆ ਸੀਗਾ। ਇੰਡੀਆ ਨੂੰ ਅਸੀਂ ਮੁਬਾਰਕਬਾਦ ਪੇਸ਼ ਕਰਨੇ ਆ ਤੇ ਇਹ ਕਿਸ ਤਰ੍ਹਾਂ ਆਜ਼ਾਦ ਹੋਇਆ, ਇਹ ਕਿਸ ਤਰ੍ਹਾਂ ਵੰਡ ਹੋਈ ਹੈ। ਬੜੀ ਹਿਸਟੋਰੀਕਲ ਵੀਡੀਓ ਹੈ, ਬੜੀ ਜ਼ਿਆਦਾ ਇੰਟਰਸਟਿੰਗ ਵੀਡੀਓ ਹੈ ਕਿ ਸਾਨੂੰ ਆਜ਼ਾਦੀ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ। डॉक्टर सुखप्रीत सिंह जी की आप वीडियो लैके आए हैं। पहले आप वीडियो देखेंगे, उस तो बाद आप रिएक्ट करांगे। WhatsApp आउंदे आ, इंस्टाग्राम आउंदे आ, फेसबुक आउंदे आ। फेसबुक से मेरे पेज में लाइक करो, WhatsApp से मैंने मजीद इदां दी वीडियो सेंड करो। सो आओ वीडियो स्टार्ट करिए। बहुत ही सत्कारयोग गुरु पातशाह की बख्शिश के पात्र गुरसिख प्यारिओ, आओ सब तो पहला गुरुदेव पातशाह की बख्शिश पवित्र फतेह बुलंद करिए। प्यार सहित आखियो जी वाहिगुरु जी का खालसा वाहिगुरु जी की फतेह। 15 अगस्त का दिहाड़ा हिंदुस्तान दे विच बड़े जशन दे नाल मनाया जाता है, पर जदों इस दिन वापरे दुखांत वाल मनुख का ध्यान जाता है, खास करके पंजाब के बशिंदे, तो आप मुहारी अखां दे विचों हंझू वह तुरदे ने कि किस तरह दे नाल 1947 ਦੇ ਵਿੱਚ ਇਸ ਦੇਸ਼ ਦੀ ਵੰਡ ਦੇ ਦੌਰਾਨ, ਇਸ ਨੂੰ ਦੇਸ਼ ਦੀ ਵੰਡ ਤਾਂ ਨਹੀਂ ਕਿਹਾ ਜਾ ਸਕਦਾ, ਪੰਜਾਬ ਦੀ ਵੰਡ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਵੰਡ ਦੇ ਦੌਰਾਨ ਕਿਸ ਤਰ੍ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਬੇਗੁਨਾਹ ਬਸ਼ਿੰਦਿਆਂ ਦਾ ਖੂਨ ਡੁੱਲਿਆ, ਕਿਸ ਤਰ੍ਹਾਂ ਦਾ ਦਰਦਨਾਕ ਕਤਲੇਆਮ ਹੋਇਆ, ਕਿਸ ਤਰ੍ਹਾਂ ਆਪਣੀ ਪੱਤ ਬਚਾਉਣ ਦੇ ਵਾਸਤੇ ਬੱਚੀਆਂ ਨੇ ਖੂਹਾਂ ਦੇ ਵਿੱਚ ਛਾਲਾਂ ਮਾਰੀਆਂ, ਕਿਸ ਤਰ੍ਹਾਂ ਇੱਕ ਪਿਤਾ ਨੇ ਆਪਣੇ ਹੱਥੀਂ ਆਪਣੀਆਂ ਬੱਚੀਆਂ ਨੂੰ ਕਤਲ ਕੀਤਾ ਹੋਵੇਗਾ। ਬੜਾ ਅਕਹਿ ਔਰ ਬੜਾ ਅਸਹਿ ਸੰਤਾਪ ਹੈ। ਪਰ ਹੋਰ ਸੰਤਾਪ ਦਾ ਸਮਾਂ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਸ ਕੌਮ ਦੀ ਪ੍ਰਤੀਸ਼ਤ ਅਨੁਸਾਰ ਵਸੋਂ ਜਿਹੜੀ ਹੈ ਕੇਵਲ 2% ਹੈ, ਪਰ ਇਸ ਸਮੁੱਚੇ ਦੇਸ਼ ਦੀ ਆਜ਼ਾਦੀ ਦੇ ਵਾਸਤੇ 90% ਤੋਂ ਵੱਧ ਕੁਰਬਾਨੀਆਂ ਕੀਤੀਆਂ ਜਾਂਦੀਆਂ ਨੇ। ਤੇ ਬੜੇ ਮਾਣ ਦੇ ਨਾਲ ਇਹ ਗੱਲ ਕਹੀ ਵੀ ਜਾਂਦੀ ਹੈ ਕਿ ਜੇਕਰ ਇਸ ਦੇਸ਼ ਦੀ ਆਜ਼ਾਦੀ ਵਾਸਤੇ ਲੜੇ ਸੰਘਰਸ਼ ਦੇ ਦੌਰਾਨ 121 ਬਸ਼ਿੰਦਿਆਂ ਨੂੰ ਫਾਂਸੀ ਦਿੱਤੀ ਗਈ ਤਾਂ ਵਿੱਚੋਂ 93 ਸਿੱਖ ਸਨ, ਕੇਵਲ 28 ਗੈਰ ਸਿੱਖ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ 2% ਲੋਕ 98% ਲੋਕਾਂ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਆਪਣੇ ਵਿੱਚੋਂ 90% ਜਾਨਾਂ ਹੂਲ ਦਿੰਦੇ ਨੇ, ਭਾਵ ਕਿ 90% ਕੁਰਬਾਨੀਆਂ ਕਰਦੇ ਨੇ 2% ਹੋਣ ਦੇ ਬਾਵਜੂਦ। ਪਰ ਜਦੋਂ 90% ਜਾਂ 98% ਵਾਲਿਆਂ ਦੇ ਕੋਲ ਰਾਜ ਆਉਂਦਾ ਹੈ ਤਾਂ ਫਿਰ 98% ਜਾਂ 90% ਕੁਰਬਾਨੀਆਂ ਦੇਣ ਕਰਨ ਵਾਲਿਆਂ ਜਾਂ ਸ਼ਹਾਦਤਾਂ ਦੇਣ ਵਾਲਿਆਂ ਦੀ ਬਾਤ ਨਹੀਂ ਪੁੱਛੀ ਜਾਂਦੀ। ਹਰ ਸਾਲ ਜਦੋਂ ਵੀ ਇਹ ਦਿਹਾੜਾ ਆਉਂਦਾ ਹੈ, ਕਿਤੇ ਨਾ ਕਿਤੇ ਹਰ ਸਿੱਖ ਮਾਨਸਿਕਤਾ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਅਸੀਂ ਇਸ ਦੇਸ਼ ਦੇ ਵਾਸਤੇ ਇੰਨੀਆਂ ਸ਼ਹਾਦਤਾਂ ਦਿੱਤੀਆਂ, ਇੰਨਾ ਖੂਨ ਡੋਲਿਆ, ਪਰ ਅੱਜ ਸਾਨੂੰ ਪਾਣੀਆਂ ਦੇ ਵਾਸਤੇ, ਆਪਣੇ ਹੱਕਾਂ ਦੇ ਵਾਸਤੇ, ਆਪਣੇ ਭਵਿੱਖ ਦੇ ਵਾਸਤੇ, ਪੰਜਾਬ ਦੇ ਭਵਿੱਖ ਦੇ ਵਾਸਤੇ, ਆਪਣੀ ਬੋਲੀ ਦੇ ਵਾਸਤੇ, ਇੱਥੋਂ ਤੱਕ ਕਿ ਸੰਵਿਧਾਨ ਦੇ ਵਿੱਚ ਲਿਖੇ ਹੋਏ ਮੂਲ ਹੱਕਾਂ ਦੇ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ ਹੈ, ਲੜਨਾ ਪੈਂਦਾ ਹੈ। ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਜਿਸ ਦੇਸ਼ ਦੇ ਵਾਸਤੇ ਇੰਨੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਹੋਣ, ਉਸ ਦੇਸ਼ ਦੇ ਜਿਹੜੇ ਹੁਕਮਰਾਨ ਨੇ ਉਸ ਗੱਲ ਦਾ ਮੁੱਲ ਨਾ ਪਾਉਣ। ਔਰ ਫਿਰ ਉਸ ਤੋਂ ਵੱਡੀ ਦੁੱਖ ਵਾਲੀ ਗੱਲ ਵੀ ਹੋ ਜਾਂਦੀ ਹੈ ਕਿ ਜਦੋਂ ਇਹ ਗਣਤੰਤਰ ਦਿਵਸ ਦੇ ਤੇ ਆਜ਼ਾਦੀ ਦਿਵਸ ਦੇ ਜਸ਼ਨ ਮਨਾਏ ਜਾਂਦੇ ਨੇ ਤੇ ਫਿਰ ਉਹ ਸਿੱਖਾਂ ਦੀਆਂ ਰੈਜੀਮੈਂਟਸ ਜਿਹੜੀਆਂ ਬਾਰਡਰਾਂ ਦੇ ਉੱਪਰ ਲੜਨ ਦੇ ਵਾਸਤੇ ਤਾਂ ਵਰਤੀਆਂ ਜਾਂਦੀਆਂ ਨੇ, ਅੱਜ ਵੀ ਚਾਹੇ ਤੁਸੀਂ ਕਾਰਗਿਲ ਦੀ ਜੰਗ ਦੇ ਅੰਕੜੇ ਵੇਖ ਲਓ ਜਾਂ ਚੀਨ ਦੇ ਨਾਲ ਹੋਈ ਘੁਸਪੈਠ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੂੰ ਵੇਖ ਲਓ, ਤਾਂ ਸਾਰੇ ਤੱਥ ਜਿਹੜੇ ਨੇ ਉਹ ਮੂੰਹ ਬੋਲਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਵੀ ਸਰਹੱਦਾਂ ਦੇ ਉੱਪਰ ਸਿੱਖ ਬਸ਼ਿੰਦੇ ਆਪਣੀਆਂ ਜਾਨਾਂ ਹੂਲ ਕੇ ਲੜਦੇ ਨੇ, ਪਰ ਸਿੱਖ ਰੈਜੀਮੈਂਟਸ ਨੂੰ ਉਸ ਪਰੇਡ ਦੇ ਵਿੱਚੋਂ ਲਾਂਭੇ ਰੱਖਿਆ ਜਾਂਦਾ ਹੈ। ਤੇ ਇਸ ਤੋਂ ਵੱਡੀ ਜਿਹੜੀ ਮੈਂ ਤੀਜੀ ਗੱਲ ਤੁਹਾਡੇ ਨਾਲ ਕਰਨ ਲੱਗਾ, ਇਸ ਤੋਂ ਵੱਡੀ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਇੰਨਾ ਵੱਡਾ ਹਿੱਸਾ ਪਾਇਆ ਹੋਵੇ, ਉਸ ਕੌਮੀਅਤ ਦੇ ਉੱਪਰ ਇੱਕ ਦੋਸ਼ ਹੋਰ ਤੈਅ ਕਰ ਦਿੱਤਾ ਜਾਵੇ
ਕਿ ਇਸ ਕੌਮ ਦੇ ਕਰਕੇ ਦੇਸ਼ 90 ਸਾਲ ਵਧੇਰੇ ਗੁਲਾਮ ਰਿਹਾ। ਭਾਵ ਕਿ ਜੇ ਇਹ ਲੋਕ ਸਿੱਖ ਸੰਘਰਸ਼ ਕਰਦੇ ਤਾਂ 90 ਸਾਲ ਦੇਸ਼ ਪਹਿਲਾਂ ਆਜ਼ਾਦ ਹੋ ਜਾਣਾ ਸੀ। ਮੈਂ ਹਵਾਲੇ ਸਾਹਿਤ ਤੁਹਾਡੇ ਨਾਲ ਗੱਲ ਕਰੂੰਗਾ। ਰਾਸ਼ਟਰੀ ਸਵੈਮ ਸੇਵਕ ਸੰਘ RSS ਦਾ ਪੰਜਾਬੀ ਦਾ ਮਾਸਿਕ ਪੱਤਰ ਰਵਾਨੀ ਦੇ 1999 ਦੇ ਅੰਕ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਜੇਕਰ 1857 ਦੀ ਦੇਸ਼ ਦੀ ਆਜ਼ਾਦੀ ਦੀ ਜੰਗ ਦੇ ਦੌਰਾਨ ਸਿੱਖ ਸੈਨਿਕ ਉਸ ਵੇਲੇ ਦੇ ਵਿਦਰੋਹੀਆਂ ਦੀ ਮਦਦ ਕਰਦੇ ਤਾਂ ਦੇਸ਼ 1857 ਦੇ ਵਿੱਚ ਆਜ਼ਾਦ ਹੋ ਜਾਣਾ ਸੀ। ਸਾਨੂੰ 1947 ਤੱਕ ਭਾਵ ਕਿ 90 ਸਾਲ ਹੋਰ ਗੁਲਾਮ ਨਹੀਂ ਸੀ ਰਹਿਣਾ ਪੈਣਾ। ਬੜੀ ਅਜੀਬ ਗੱਲ ਹੈ। ਵੈਸੇ ਇਹਦੇ ਵਿੱਚੋਂ ਦੋ ਗੱਲਾਂ ਤਾਂ ਸਾਬਤ ਹੋ ਜਾਂਦੀਆਂ ਨੇ ਕਿ ਇੱਕ ਤਾਂ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਸਿੱਖਾਂ ਦੇ ਕਰਕੇ ਦੇਸ਼ 90 ਸਾਲ ਗੁਲਾਮ ਰਿਹਾ, ਤੇ ਦੂਜਾ ਤੁਸੀਂ ਇਹ ਵੀ ਮੰਨਦੇ ਹੋ ਕਿ ਜੇਕਰ ਸਿੱਖ ਸਾਥ ਨਾ ਦੇਣ ਤਾਂ ਦੇਸ਼ ਆਜ਼ਾਦ ਨਹੀਂ ਸੀ ਹੋ ਸਕਦਾ। ਦੋ ਭਾਵ-ਅਰਥ ਨੇ ਇਸ ਗੱਲ ਦੇ ਕਿ ਇੱਕ ਤਾਂ ਸਿੱਖਾਂ ਦੇ ਕਰਕੇ 90 ਸਾਲ ਦੇਸ਼ ਗੁਲਾਮ ਰਿਹਾ, ਭਾਵ ਕਿ ਜਿਸ ਸੰਘਰਸ਼ ਦੇ ਵਿੱਚ ਸਿੱਖ ਹਿੱਸਾ ਨਹੀਂ ਲੈਂਦੇ ਉਹ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ। ਤੇ ਦੂਸਰੀ ਗੱਲ ਤੁਸੀਂ ਇਸ ਲਿਖਤ ਦੇ ਵਿੱਚ ਇਹ ਵੀ ਮੰਨ ਜਾਂਦੇ ਹੋ ਕਿ ਜੇਕਰ ਸਿੱਖ ਸਾਥ ਦਿੰਦੇ ਤੇ ਦੇਸ਼ 90 ਸਾਲ ਪਹਿਲਾਂ ਆਜ਼ਾਦ ਹੋ ਜਾਂਦਾ, ਕਿ ਸਿੱਖਾਂ ਤੋਂ ਬਿਨਾਂ ਆਜ਼ਾਦੀ ਦੀ ਜੰਗ ਲੜੀ ਨਹੀਂ ਸੀ ਜਾ ਸਕਦੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੀ ਤੁਸੀਂ ਇਤਿਹਾਸਕ ਸਰੋਤਾਂ ਦੇ ਮੁਤਾਬਕ ਤੁਹਾਡਾ ਕੋਈ ਵੀ ਵਿਦਵਾਨ ਅਜੇ ਤੱਕ ਇਹ ਸਿੱਧ ਕਰ ਸਕਿਆ ਹੈ ਕਿ 1857 ਦੀ ਛੋਟੀ ਜਿਹੀ ਬਗਾਵਤ ਆਜ਼ਾਦੀ ਦੀ ਜੰਗ ਸੀ? ਕੀ ਇਹ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸੀ, ਜਾਂ ਜਿਹੜੇ ਲੋਕਾਂ ਨੇ ਇਸ ਬਗਾਵਤ ਦੇ ਵਿੱਚ ਹਿੱਸਾ ਲਿਆ ਉਹਨਾਂ ਦਾ ਮਕਸਦ ਦੇਸ਼ ਦੀ ਆਜ਼ਾਦੀ ਸੀ, ਜਾਂ ਉਹਨਾਂ ਦੇ ਰਾਜਸੀ ਹਿੱਤ ਸਨ, ਜਾਂ ਉਹਨਾਂ ਦੇ ਨਿੱਜੀ ਹਿੱਤ ਸਨ, ਜਾਂ ਉਹ ਨਿੱਜੀ ਹੱਕਾਂ ਦੇ ਵਾਸਤੇ ਲੜ ਰਹੇ ਸਨ, ਜਾਂ ਉਹ ਆਪਣੀਆਂ ਰਿਆਸਤਾਂ ਦੇ ਵਾਸਤੇ ਲੜ ਰਹੇ ਸਨ? ਕੀ ਕੋਈ ਸਾਂਝੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਲੜ ਰਿਹਾ ਸੀ? ਤੁਹਾਨੂੰ ਤਾਂ ਹਮੇਸ਼ਾ ਦੇ ਵਾਸਤੇ ਸਿੱਖਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ 2% ਹੋਣ ਦੇ ਬਾਵਜੂਦ 90% ਕੁਰਬਾਨੀਆਂ ਦੇ ਕੇ ਉਹਨਾਂ ਲੋਕਾਂ ਨੂੰ ਰਾਜ ਦਿੱਤਾ ਜਿਨ੍ਹਾਂ ਦੀ ਵਸੋਂ 90% ਸੀ ਤੇ ਕੁਰਬਾਨੀਆਂ 2%। ਤੇ ਅੱਜ ਉਸ 2% ਦੇ ਦੌਰਾਨ 2% ਦੇ ਬਾਵਜੂਦ 90% ਕੁਰਬਾਨੀਆਂ ਦੇਣ ਵਾਲਿਆਂ ਨੂੰ 2% ਦੇ ਅਨੁਪਾਤ ਮੁਤਾਬਕ ਖਿੱਤੇ ਦੇ ਵਿੱਚ ਵੀ ਆਜ਼ਾਦੀ ਦਾ ਨਿੱਘ ਨਹੀਂ ਲੈਣ ਦਿੱਤਾ ਜਾ ਰਿਹਾ। ਉਹਨਾਂ ਨੂੰ ਆਪਣੇ ਹੱਕਾਂ ਦੇ ਵਾਸਤੇ ਸੰਘਰਸ਼ ਕਰਨਾ ਪੈ ਰਿਹਾ। ਅਗਲੀ ਗੱਲ, ਜੇਕਰ 1857 ਦੀ ਆਜ਼ਾਦੀ ਦੀ ਜੰਗ ਨੂੰ ਤੁਸੀਂ ਪਹਿਲੀ ਆਜ਼ਾਦੀ ਦੀ ਜੰਗ ਕਹਿੰਦੇ ਹੋ ਤਾਂ ਮੈਂ ਫਿਰ ਉਸ ਗੱਲ ਨੂੰ ਦੁਹਰਾ ਦਿਆਂ ਕਿ ਕੋਈ ਵੀ ਨਿਰਪੱਖ ਇਤਿਹਾਸਕਾਰ ਉਸ ਨੂੰ ਇੱਕ ਛੋਟੀ ਜਿਹੀ ਬਗਾਵਤ ਤੋਂ ਬਿਨਾਂ ਕੁਝ ਨਹੀਂ ਮੰਨਦਾ। RC ਮਜ਼ੂਮਦਾਰ ਨੂੰ ਪੜ੍ਹ ਕੇ ਵੇਖ ਲਓ। ਇਸ ਤੋਂ ਇਲਾਵਾ ਹੋਰ ਕਈ ਐਸੇ ਇਤਿਹਾਸਕਾਰ ਹੋਣਗੇ ਜਿਨ੍ਹਾਂ ਦੇ ਹਵਾਲੇ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਵਾਂਗਾ। ਔਰ ਲਾਹੌਰੀ ਰਾਮ ਬਾਲੀ ਹੁਣਾਂ ਨੇ ਤਾਂ ਆਪਣੀ ਕਿਤਾਬ ਹਿੰਦੂਇਜ਼ਮ ਦੇ ਵਿੱਚ ਜਿਹੜੇ 1857 ਦੇ ਕ੍ਰਾਂਤੀਕਾਰੀ ਨੇ ਉਹਨਾਂ ਦੇ ਵਾਸਤੇ ਤਾਂ ਸ਼ਬਦ ਹੀ ਇੱਕ ਵਰਤਿਆ, ਨਕਲੀ ਕ੍ਰਾਂਤੀਕਾਰੀ, ਕਿਉਂਕਿ ਕ੍ਰਾਂਤੀ ਦੇ ਵਾਸਤੇ ਕੋਈ ਲੜਾਈ ਹੈ ਹੀ ਨਹੀਂ ਹੈ। ਆਓ ਹੁਣ ਉਸ ਪਹਿਲੀ ਬਗਾਵਤ ਦੀ ਗੱਲ ਕਰਦੇ ਹਾਂ ਜਿਹੜੀ 8-9 ਮਈ 1857 ਨੂੰ ਬੈਰਕਪੁਰ ਮੇਰਠ ਦੀ ਛਾਉਣੀ ਦੇ ਵਿੱਚ ਹੁੰਦੀ ਹੈ, ਜਿਸ ਦਾ ਸ਼ਹੀਦ ਮੰਗਲ ਪਾਂਡੇ ਨੂੰ ਗਿਣਿਆ ਜਾਂਦਾ ਹੈ। ਬੜੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ। ਉਸ ਬਗਾਵਤ ਦਾ ਕਾਰਨ ਕੀ ਹੈ? ਉਸ ਬਗਾਵਤ ਦਾ ਕਾਰਨ ਹੈ ਕਿ ਅੰਗਰੇਜ਼ਾਂ ਵੱਲੋਂ ਉਸ ਰੈਜੀਮੈਂਟ ਨੂੰ ਜਿਹੜੀਆਂ ਇਨਫੀਲਡ ਰਾਈਫਲਸ ਦਿੱਤੀਆਂ ਗਈਆਂ, ਉਹਨਾਂ ਰਾਈਫਲਸ ਦੇ ਵਿੱਚ ਚਲਾਉਣ ਦੇ ਵਾਸਤੇ ਜਿਹੜੇ ਕਾਰਤੂਸ ਦਿੱਤੇ ਗਏ ਉਹਨਾਂ ਨੂੰ ਚਲਾਉਣ ਤੋਂ ਪਹਿਲਾਂ ਮੂੰਹ ਦੇ ਨਾਲ ਖੋਲ੍ਹਣਾ ਪੈਂਦਾ ਸੀ, ਤੇ ਜਿਸ ਜਗ੍ਹਾ ਤੋਂ ਖੋਲ੍ਹਣਾ ਪੈਂਦਾ ਸੀ ਉੱਥੇ ਗਊ ਦੀ ਔਰ ਸੂਰ ਦੀ ਚਰਬੀ ਲੱਗੀ ਹੋਈ ਸੀ। ਤੇ ਸਾਰੀ ਰੈਜੀਮੈਂਟ ਦੇ ਵਿੱਚ ਇਹ ਗੱਲ ਫੈਲਾ ਦਿੱਤੀ ਗਈ ਕਿ ਗਊ ਔਰ ਸੂਰ ਇਹ ਦੋਵੇਂ ਹੀ ਦੋ ਧਰਮਾਂ ਦੀਆਂ, ਭਾਵ ਕਿ ਹਿੰਦੂਆਂ ਔਰ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਨੇ। ਇਸ ਕਰਕੇ ਇਸ ਰੈਜੀਮੈਂਟ ਦੇ ਵਿੱਚ ਬਗਾਵਤ ਹੋਈ। ਸੋ ਉਹ ਚਰਬੀ ਵਾਲੇ ਜਿਹੜੇ ਕਾਰਤੂਸ ਹੈ ਉਹ ਇਸ ਬਗਾਵਤ ਦਾ ਕਾਰਨ ਬਣੇ। ਹੁਣ ਮਿਸਟਰ S ਸੀਨ ਆਪਣੀ ਕਿਤਾਬ ਦਾ 1857 ਦੇ ਵਿੱਚ ਇੱਕ ਗੱਲ ਕਹਿੰਦੇ ਨੇ ਕਿ ਜਦੋਂ ਅੰਗਰੇਜ਼ਾਂ ਦੇ ਵੱਲੋਂ ਇਹਨਾਂ ਕਾਰਤੂਸਾਂ ਦੇ ਉੱਪਰ ਚਰਬੀ ਦੇ ਵਾਸਤੇ ਠੇਕੇਦਾਰੀ ਦਾ ਇਸ਼ਤਿਹਾਰ ਦਿੱਤਾ ਗਿਆ ਤਾਂ ਬਕਾਇਦਾ ਲਿਖਿਆ ਗਿਆ ਕਿ ਭੇਡ ਜਾਂ ਬੱਕਰੀ ਦੀ ਚਰਬੀ ਜਿਹੜੀ ਹੈ ਉਹ ਇਹਨਾਂ ਦੇ ਉੱਪਰ ਚੜਾਈ ਜਾਵੇਗੀ। ਤੇ ਜਿਸ ਬੰਗਾਲੀ ਬ੍ਰਾਹਮਣ ਠੇਕੇਦਾਰ ਨੇ ਠੇਕਾ ਲਿਆ ਉਸ ਨੇ ਸਸਤੀ ਜਾਣ ਕੇ ਗਊ ਔਰ ਸੂਰ ਦੀ ਜਿਹੜੀ ਚਰਬੀ ਸੀ ਉਹ ਚੜਾ ਦਿੱਤੀ। ਹੁਣ ਇਹਦੇ ਵਿੱਚ ਦੋਸ਼ੀ ਕੌਣ ਹੋਇਆ? ਤੁਸੀਂ ਉਸ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਕਹਿੰਦੇ ਹੋ। ਅਗਲੀ ਗੱਲ ਉਹ ਹੋਰ ਬੜੀ ਵੱਡੀ ਕਰਦੇ ਨੇ, ਇਹ ਗੱਲ ਲਾਹੌਰੀ ਰਾਮ ਬਾਲੀ ਕਰਦੇ ਨੇ। ਉਹ ਕਹਿੰਦੇ ਨੇ ਕਿ ਜੇਕਰ ਉਹੀ ਕਾਰਤੂਸ ਜਿਹੜੇ ਨੇ ਅੰਗਰੇਜ਼ਾਂ ਦੇ ਵੱਲੋਂ ਵਰਤਨੇ ਪੈਣ
ਤਾਂ ਫਿਰ ਧਾਰਮਿਕ ਭਾਵਨਾਵਾਂ ਭੜਕਦੀਆਂ ਨੇ। ਪਰ ਜਦੋਂ ਇਹ 80-85 ਬੰਦੇ ਉਸੇ ਹੀ ਰੈਜੀਮੈਂਟ ਦੇ ਵਿੱਚੋਂ ਬਗਾਵਤ ਕਰਦੇ ਨੇ ਤਾਂ ਉਹੀ ਬੰਦੂਕਾਂ ਚੁੱਕ ਕੇ ਅੰਗਰੇਜ਼ਾਂ ਦੇ ਖਿਲਾਫ ਵਰਤਦੇ ਨੇ ਕਿ ਉਦੋਂ ਧਾਰਮਿਕ ਭਾਵਨਾਵਾਂ ਨਹੀਂ ਭੜਕਦੀਆਂ। ਤੁਸੀਂ ਇਸ ਨੂੰ ਆਜ਼ਾਦੀ ਦੀ ਜੰਗ ਕਹਿੰਦੇ ਹੋ। ਨਿਰਪੱਖ ਇਤਿਹਾਸਕਾਰਾਂ ਦੇ ਕੋਲੋਂ ਇੱਕ ਵਾਰੀ ਇਸ ਤੇ ਚਰਚਾ ਤੇ ਕਰਾ ਕੇ ਵੇਖੋ। ਵੈਸੇ ਤਾਂ ਮੈਂ ਜਿੰਨੇ ਸਿੱਖ ਨੌਜਵਾਨ ਵੀਰ ਤੇ ਭੈਣਾਂ ਨੇ ਉਹਨਾਂ ਨੂੰ ਕਹੂੰਗਾ ਕਿ ਇੰਟਰਨੈਟ ਦੇ ਉੱਪਰ ਆਰਸੀ ਮਜ਼ੂਮਦਾਰ ਦੀ ਵੀ ਲਿਖਤ ਇਹਦੇ ਬਾਰੇ ਅਵੇਲੇਬਲ ਹੈ PDF ਦੇ ਵਿੱਚ, ਔਰ ਡਾਕਟਰ ਗੰਡਾ ਸਿੰਘ ਦੀ ਕਿਤਾਬ ਦਾ ਮਿਊਟਨੀ ਆਫ 1857 ਐਂਡ ਦਾ 6 ਉਹ ਵੀ ਪਈ ਹੋਈ ਹੈ। ਉਸ ਨੂੰ ਜ਼ਰੂਰ ਪੜ੍ਹਿਓ। ਤੁਹਾਨੂੰ ਕੱਲੇ ਤੱਥ ਦਾ ਪਤਾ ਲੱਗ ਜਾਵੇਗਾ ਕਿ ਜਿਸ ਦੋਸ਼ ਨੂੰ ਸਿੱਖਾਂ ਦੇ ਸਿਰ ਮੜਿਆ ਜਾ ਰਿਹਾ ਹੈ ਕਿ ਸਿੱਖਾਂ ਕਰਕੇ ਦੇਸ਼ ਗੁਲਾਮ ਰਿਹਾ, ਕੀ ਇਹ ਆਜ਼ਾਦੀ ਦੀ ਪਹਿਲੀ ਜੰਗ ਸੀ। ਉਸ ਤੋਂ ਬਾਅਦ 13 ਮਈ 1857 ਨੂੰ ਇਹ ਜਿੰਨੇ ਵੀ ਵਿਦਰੋਹੀ ਮੇਰਠ ਤੋਂ ਚੱਲਦੇ ਨੇ ਇਹ ਸਾਰੇ ਦਿੱਲੀ ਦਾਖਲ ਹੁੰਦੇ ਨੇ, ਲਾਲ ਕਿਲੇ ਨੂੰ ਘੇਰਾ ਪਾਉਂਦੇ ਨੇ ਤੇ ਲਾਲ ਕਿਲੇ ਦੇ ਵਿੱਚ ਉਸ ਵੇਲੇ ਬਹਾਦਰ ਸ਼ਾਹ ਦੂਸਰਾ ਉਹ ਵੀ ਅੰਗਰੇਜ਼ਾਂ ਤੋਂ ਦੁਖੀ ਹੈ ਕਿਉਂਕਿ ਵਿਲੀਅਮ ਬੈਂਟਿੰਗ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਜੇਕਰ ਬਹਾਦਰ ਸ਼ਾਹ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਦਿੱਲੀ ਦੇ ਵਿੱਚ ਭਾਵ ਕਿ ਸਾਰੇ ਦੇਸ਼ ਦੇ ਵਿੱਚ ਹੋ ਜਾਂਦਾ ਹੈ ਤੇ ਉਹਦੀ ਜਿਹੜੀ ਆਉਣ ਵਾਲੀ ਸੰਤਾਨ ਹੈ ਉਹ ਸੁਲਤਾਨ ਦੀ ਗੱਦੀ ਦੇ ਉੱਪਰ ਨਹੀਂ ਬੈਠ ਸਕੇਗੀ, ਇਹਨਾਂ ਨੂੰ ਲਾਲ ਕਿਲਾ ਖਾਲੀ ਕਰਨਾ ਪਵੇਗਾ। ਸੋ ਪਹਿਲੀ ਗੱਲ ਤੇ ਕਿ ਉਹਦੀ ਆਪਣੀ ਇੱਕ ਸਮੱਸਿਆ ਹੈ। ਦੂਸਰੀ ਗੱਲ, ਜਿਸ ਵੇਲੇ ਉਸ ਨੂੰ ਵਿਦਰੋਹੀ ਕਿਲੇ 'ਚ ਘੇਰਦੇ ਨੇ ਉਹ ਅੰਗਰੇਜ਼ਾਂ ਨੂੰ ਇੱਕ ਪੇਸ਼ਕਸ਼ ਵੀ ਕਰਦਾ ਹੈ ਕਿ ਜੇਕਰ ਮੇਰੀ ਗੱਦੀ ਦੀ ਸਲਾਮਤੀ ਦੇ ਵਾਸਤੇ ਮੈਨੂੰ ਥੋੜਾ ਜਿਹਾ ਮਹਿਫੂਜ਼ ਰੱਖਿਆ ਜਾਵੇ ਤੇ ਮੈਂ ਅੰਗਰੇਜ਼ਾਂ ਦੀ ਮਦਦ ਕਰਨ ਨੂੰ ਤਿਆਰ ਹਾਂ। ਤੀਸਰੀ ਗੱਲ, ਜਿਹੜੇ ਉਸ ਦੇ ਵਿਦਰੋਹੀ ਸੈਨਿਕਾਂ ਦੇ ਨਾਲ ਰਲ ਕੇ ਅੰਗਰੇਜ਼ਾਂ ਦੇ ਨਾਲ ਲੜਨ ਦੀ ਗੱਲ ਕਰਦੇ ਨੇ ਉਹ ਬਹਾਦਰ ਸ਼ਾਹ ਨੂੰ ਕਹਿੰਦੇ ਨੇ ਕਿ ਜੇਕਰ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਫਿਰ ਅਸੀਂ ਅੰਗਰੇਜ਼ਾਂ ਦੇ ਖਿਲਾਫ ਲੜ ਸਕਦੇ ਹਾਂ, ਨਹੀਂ ਤੇ ਅਸੀਂ ਨਹੀਂ ਲੜ ਸਕਦੇ। ਔਰ ਚੌਥੀ ਗੱਲ ਕਿ ਬਹਾਦਰ ਸ਼ਾਹ ਦੀ ਜਿਹੜੀ ਇੱਕ ਰਾਣੀ ਹੈ ਜੀਨਤ ਮਹਲ, ਉਹ ਅੰਗਰੇਜ਼ ਅਫਸਰਾਂ ਨੂੰ ਚਿੱਠੀ ਪੱਤਰ ਕਰ ਰਹੀ ਹੈ ਕਿ ਜੇਕਰ ਤੁਸੀਂ ਮੇਰੇ ਬੇਟੇ ਜਵਾਨ ਬਖਤ ਨੂੰ ਦਿੱਲੀ ਦੇ ਤਖਤ ਦੇ ਵਿੱਚ ਕੁਝ ਹਿੱਸੇਦਾਰੀ ਦੇ ਦਿਓ ਤੇ ਮੈਂ ਕਿਲੇ ਦੇ ਦਰਵਾਜ਼ੇ ਖੋਲ ਕੇ ਅੰਗਰੇਜ਼ਾਂ ਦੀ ਮਦਦ ਕਰਨ ਵਾਸਤੇ ਤਿਆਰ ਹਾਂ। ਹੁਣ ਕੀ ਇਹ ਆਜ਼ਾਦੀ ਦੀ ਜੰਗ ਹੈ ਜਾਂ ਫਿਰ ਆਪੋ ਆਪਣੇ ਹਿੱਤਾਂ ਦੀ ਜੰਗ ਹੈ? ਹੁਣ ਜਦੋਂ ਅਸੀਂ ਨਾਨਾ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਆਖਰੀ ਮਰਾਠਾ ਜਿਨ੍ਹਾਂ ਦੀ ਮੌਤ ਸ਼ਾਇਦ 1852 ਦੇ ਵਿੱਚ ਹੋ ਗਈ ਸੀ, ਬਾਜੀ ਰਾਓ ਪੇਸ਼ਵਾ, ਉਹਨਾਂ ਨੂੰ ਅੰਗਰੇਜ਼ਾਂ ਦੇ ਵੱਲੋਂ 8 ਲੱਖ ਪੈਨਸ਼ਨ ਮਿਲਦੀ ਸੀ। ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਕਿ ਜੇਕਰ ਕਿਸੇ ਰਿਆਸਤ ਦੇ ਰਾਜੇ ਦਾ ਆਪਣਾ ਬਿੰਦੀ ਸੰਤਾਨ ਜਾਂ ਆਪਣਾ ਪੁੱਤਰ ਜੇਕਰ ਉਹਦੀ ਜਗ੍ਹਾ ਦੇ ਉੱਪਰ ਉਸ ਰਿਆਸਤ ਦਾ ਮੁਖੀ ਹੋਵੇਗਾ ਤਾਂ ਉਸ ਨੂੰ ਇਹ ਪੈਨਸ਼ਨ ਜਾਰੀ ਰੱਖੀ ਜਾਵੇਗੀ। ਪਰ ਜੇਕਰ ਉਸ ਨੇ ਕੋਈ ਗੋਦ ਲਿਆ ਬੱਚਾ ਹੈ ਜਾਂ ਉਸ ਦੀ ਆਪਣੀ ਅਸਲੀ ਔਲਾਦ ਨਹੀਂ ਹੈ ਤੇ ਫਿਰ ਉਸ ਨੂੰ ਇਸ ਪੈਨਸ਼ਨ ਦੇ ਹੱਕ ਤੋਂ ਵਾਂਝਾ ਰੱਖਿਆ ਜਾਵੇਗਾ। ਉਸ ਤੋਂ ਬਾਅਦ ਫਿਰ ਨਾਨਾ ਸਾਹਿਬ ਜਿਹੜਾ ਹੈ ਉਹਨੇ ਕੁਦਰਤੀ ਇਸ ਬਗਾਵਤ ਦੇ ਵਿੱਚ ਹਿੱਸਾ ਲੈਣਾ ਸੀ, ਭਾਵ ਕਿ ਇਸ ਵਿਦਰੋਹ ਦੇ ਵਿੱਚ ਹਿੱਸਾ ਲੈਣਾ ਸੀ। ਉਹਦੇ ਪਿੱਛੇ ਕਾਰਨ ਦੇਸ਼ ਦੀ ਆਜ਼ਾਦੀ ਹੈ ਜਾਂ ਆਪਣੀ ਪੈਨਸ਼ਨ, ਆਪਣੀ ਰਿਆਸਤ ਦੀ ਪੈਨਸ਼ਨ ਜਾਂ ਫਿਰ ਦੇਸ਼ ਦੀ ਆਜ਼ਾਦੀ? ਇਹ ਜਵਾਬ ਤੁਸੀਂ ਸੋਚ ਲਓ ਕਿਤੇ। ਜਦੋਂ ਇਹ ਦੇਸ਼ ਕਾਨੂੰਨ ਦੇ ਵਿੱਚ ਇਹ ਕਾਨੂੰਨ ਦੇਸ਼ ਦੇ ਵਿੱਚ ਪਾਸ ਹੋ ਗਿਆ ਕਿ ਜਿਹੜੀਆਂ ਰਿਆਸਤਾਂ ਦੇ ਮੁਖੀਆਂ ਦੀ ਆਪਣੀ ਸੰਤਾਨ ਉਹਨਾਂ ਦੀ ਜਗ੍ਹਾ ਦੇ ਉੱਪਰ ਨਹੀਂ ਹੈ, ਉਹਨਾਂ ਨੂੰ ਅੰਗਰੇਜ਼ ਹਕੂਮਤ ਦੇ ਵੱਲੋਂ ਮਿਲ ਰਹੀ ਜਿਹੜੀ ਪੈਨਸ਼ਨ ਹੈ ਉਹ ਬੰਦ ਕਰ ਦਿੱਤੀ ਜਾਵੇਗੀ ਤੇ ਇਸ ਦਾ ਅਸਰ ਕੁਦਰਤੀ ਝਾਂਸੀ ਦੀ ਰਾਣੀ ਲక్ష్ਮੀ ਬਾਈ ਦੇ ਉੱਪਰ ਵੀ ਹੋਣਾ ਸੀ ਕਿਉਂਕਿ ਉਸ ਦਾ ਵੀ ਮਤਵੰਨਾ ਪੁੱਤਰ ਸੀ। ਹੁਣ ਜਦੋਂ ਉਸ ਦੇ ਕਿਲੇ ਨੂੰ ਘੇਰਿਆ ਗਿਆ, ਸਭ ਤੋਂ ਪਹਿਲਾਂ ਉਹਦੇ ਕਿਲੇ ਨੂੰ ਘੇਰਿਆ ਗਿਆ ਉਸ ਦੀ ਮਦਦ ਲੈਣ ਦੇ ਵਾਸਤੇ, ਤੇ ਉਸ ਦੇ ਨਾਲ ਜਿਹੜੇ ਚਿੱਠੀ ਪੱਤਰ ਹੋਏ ਨੇ ਮਿਸਟਰ ਗਾਰਡਨ ਜਿਹੜਾ ਅੰਗਰੇਜ਼ ਆਫੀਸਰ ਸੀ, ਉਹਦੇ ਵਿੱਚ ਉਸਨੇ ਖੁਦ ਮੰਨਿਆ ਕਿ ਇਹਨਾਂ ਵਿਦਰੋਹੀਆਂ ਤੋਂ ਮੈਂ ਬਹੁਤ ਦੁਖੀ ਹਾਂ ਔਰ ਮੈਨੂੰ ਬਹੁਤ ਤੰਗ ਕੀਤਾ ਜਾ ਰਿਹਾ। ਤੇ ਜਦੋਂ ਅੰਗਰੇਜ਼ਾਂ ਨੂੰ ਘੇਰਾ ਪਾ ਲਿਆ ਗਿਆ ਕਿਲੇ ਦੇ ਵਿੱਚ ਅੰਗਰੇਜ਼ ਅਫਸਰਾਂ ਨੂੰ, ਤੇ ਉਦੋਂ ਵੀ ਚਿੱਠੀ ਪੱਤਰ ਦਾ ਜ਼ਿਕਰ ਡਾਕਟਰ G.W. ਫਾਰੈਸਟ ਦੀ ਇੱਕ ਕਿਤਾਬ ਹੈ ਦਾ ਮਿਊਟਨੀ ਆਫ 1857 ਤੇ ਉਹਦੇ ਵਿੱਚ ਉਹ ਰਿਕਾਰਡਸ ਫਰੋਮ ਦਾ ਮਿਲਟਰੀ ਡਿਪਾਰਟਮੈਂਟ ਆਫ ਇੰਡੀਆ ਇਹਦੇ ਹਵਾਲੇ ਦੇ ਨਾਲ ਉਹ ਲਿਖਦੇ ਨੇ G.W. ਫਾਰੈਸਟ ਕਿ ਉਸ ਵੇਲੇ ਲక్ష్ਮੀ ਬਾਈ ਜਿਹੜੀ ਝਾਂਸੀ ਦੀ ਰਾਣੀ ਹੈ ਉਸ ਨੇ ਅੰਗਰੇਜ਼ਾਂ ਨੂੰ ਮਦਦ ਵਾਸਤੇ ਕੁਝ ਬੰਦੂਕਾਂ ਔਰ ਕੁਝ ਗੋਲੀ ਸਿੱਕਾ ਜਿਹੜਾ ਭੇਜਿਆ ਔਰ ਨਾਲ ਹੀ ਕਿਹਾ ਕਿ ਵਿਦਰੋਹੀ ਮੈਨੂੰ ਜ਼ਬਰਦਸਤੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਮਜਬੂਰ ਕਰ ਰਹੇ ਨੇ। ਹੁਣ ਤੁਸੀਂ ਦੱਸ ਦਿਓ ਕਿ ਇਹ ਜਿੰਨੇ ਵੀ ਲੋਕ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜੀ ਹਿੰਦੂਇਜ਼ਮ ਕਿਤਾਬ ਦੇ ਵਿੱਚ ਲਾਹੌਰੀ ਰਾਮ ਬਾਲੀ ਕਹਿੰਦੇ ਨੇ ਨਕਲੀ ਕ੍ਰਾਂਤੀਕਾਰੀ, ਤੇ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਕਿ ਜਦੋਂ ਲਾਹੌਰੀ ਰਾਮ ਬਾਲੀ ਇਹਨਾਂ ਨੂੰ ਨਕਲੀ ਕ੍ਰਾਂਤੀਕਾਰੀ ਕਹਿੰਦੇ ਨੇ
ਕਿਉਂਕਿ ਕ੍ਰਾਂਤੀਕਾਰੀ ਤੇ ਉਹ ਹੁੰਦੇ ਨੇ ਜਿਹੜੇ ਆਪਣੇ ਨਿੱਜੀ ਮਫਾਦਾਂ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਦੇ ਵਾਸਤੇ, ਦੇਸ਼ ਦੀ ਆਜ਼ਾਦੀ ਦੇ ਵਾਸਤੇ ਜੰਗ ਕਰਦੇ ਨੇ। ਇੱਥੇ ਜਿਹੜੇ ਕ੍ਰਾਂਤੀਕਾਰੀਆਂ ਦੀ ਮੈਂ ਗੱਲ ਕੀਤੀ ਹੈ, ਉਹਨਾਂ ਦੇ ਮਫਾਦ ਜਿਹੜੇ ਨੇ ਨਿੱਜੀ ਨੇ, ਦੇਸ਼ ਦੇ ਹਿੱਤ ਨਹੀਂ ਨੇ। ਔਰ ਜਿਹੜਾ ਸਿੱਖਾਂ ਦੇ ਉੱਪਰ ਦੋਸ਼ ਲਗਾਇਆ ਜਾਂਦਾ, ਹੁਣ ਉਹਦਾ ਜਵਾਬ ਡਾਕਟਰ ਗੰਡਾ ਸਿੰਘ ਨੇ ਬਹੁਤ ਪਿਆਰਾ ਦਿੱਤਾ ਹੈ। ਸਿੱਖਾਂ ਨੂੰ ਕਿਹਾ ਗਿਆ ਕਿ ਸਿੱਖਾਂ ਨੇ ਇਸ ਵਿਦਰੋਹ ਦੇ ਵਿੱਚ ਦੇਸ਼ ਵਾਸੀਆਂ ਦਾ ਸਾਥ ਨਹੀਂ ਦਿੱਤਾ। ਹੁਣ ਸਾਥ ਕਿਉਂ ਨਹੀਂ ਦਿੱਤਾ, ਉਸ ਦਾ ਜਵਾਬ ਡਾਕਟਰ ਗੰਡਾ ਸਿੰਘ ਦੀ ਲਿਖਤ ਦੇ ਵਿੱਚ ਸੁਣ ਲਓ। ਉਹ ਕਹਿੰਦੇ ਨੇ ਕਿ ਜਿਸ ਵੇਲੇ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਹੁੰਦਾ ਹੈ, ਉਸ ਤੋਂ ਬਾਅਦ ਡੋਗਰਿਆਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਨਾਲ ਧੋਖੇ ਕੀਤੇ ਜਾਂਦੇ ਨੇ, ਉਹਨਾਂ ਦੇ ਧੋਖਿਆਂ ਤੋਂ ਬਾਅਦ ਜਿਹੜੀਆਂ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਦੀਆਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸ਼ਾਹ ਮੁਹੰਮਦ ਜੰਗਨਾਮੇ ਦੇ ਵਿੱਚ ਲਿਖਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਔਰ ਇਹ ਜਿਹੜਾ ਹਿੰਦ ਔਰ ਪੰਜਾਬ ਦਾ ਜੰਗ ਹੈ, ਇਹਦੇ ਵਿੱਚ ਸਾਰੇ ਅੰਗਰੇਜ਼ ਸਿੱਖ ਫੌਜਾਂ ਦੇ ਖਿਲਾਫ ਨਹੀਂ ਲੜੇ, ਅੰਗਰੇਜ਼ਾਂ ਨੇ ਤਾਂ ਕੇਵਲ ਤੇ ਕੇਵਲ ਅਗਵਾਈ ਕੀਤੀ ਹੈ। ਜਿੰਨੀਆਂ ਵੀ ਰੈਜੀਮੈਂਟਾਂ ਸਿੱਖਾਂ ਦੇ ਖਿਲਾਫ ਲੜੀਆਂ ਨੇ, ਉਹ ਸਾਰੀਆਂ ਜਿਹੜੀਆਂ ਨੈਟਿਵ ਇਨਫੈਂਟਰੀ ਸੀ, ਚਾਹੇ ਉਹ 5 ਸੀ, 25 ਸੀ, 21 ਸੀ, 71 ਸੀ, 76 ਸੀ, ਜਿੰਨੇ ਵੀ ਉਹਨਾਂ ਦੇ ਨਾਮ ਨੇ ਡਾਕਟਰ ਗੰਡਾ ਸਿੰਘ ਹੁਣਾਂ ਨੇ ਦਿੱਤੇ ਹੋਏ ਨੇ। ਔਰ ਜਿਹੜੀਆਂ ਇਹ ਰੈਜੀਮੈਂਟਾਂ ਸਿੱਖਾਂ ਦੇ ਖਿਲਾਫ ਲੜੀਆਂ ਨੇ, ਉਹ ਸਾਰੀਆਂ ਹੀ ਇਹਨਾਂ ਹਿੰਦੁਸਤਾਨੀ ਲੋਕਾਂ ਦੀਆਂ ਸੀ। ਅੰਗਰੇਜ਼ ਆਫੀਸਰਾਂ ਨੇ ਤਾਂ ਕੇਵਲ ਤੇ ਕੇਵਲ ਅਗਵਾਈ ਕੀਤੀ ਹੈ। ਸੋ ਗੁਰੂ ਸਵਾਰਿਓ, ਇਸ ਤਰ੍ਹਾਂ ਦੇ ਨਾਲ ਇਤਿਹਾਸ ਜਿਹੜਾ ਹੈ ਉਸ ਨੂੰ ਬਦਲਿਆ ਜਾ ਰਿਹਾ ਹੈ। ਇਹ ਨਹੀਂ ਲਿਖਿਆ ਜਾ ਰਿਹਾ ਕਿ ਸਿੱਖਾਂ ਦੀਆਂ ਸ਼ਹਾਦਤਾਂ ਦੇ ਕਰਕੇ ਦੇਸ਼ ਆਜ਼ਾਦ ਹੋਇਆ। ਇਹ ਲਿਖਿਆ ਜਾ ਰਿਹਾ ਹੈ ਕਿ ਸਿੱਖਾਂ ਦੇ ਨਾ ਹਿੱਸਾ ਲੈਣ ਕਰਕੇ 90 ਸਾਲ ਇਸ ਦੇਸ਼ ਨੂੰ ਹੋਰ ਗੁਲਾਮੀ ਜਿਹੜੀ ਹੈ ਉਹ ਸਹਿਣੀ ਪਈ। ਔਰ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਿਆ ਕਰੋ, ਜਿਹੜਾ ਮੈਂ ਬਾਰ-ਬਾਰ ਹਰ ਲੈਕਚਰ 'ਚ ਕਹਿੰਦਾ, ਆਪਣੇ ਇਤਿਹਾਸ ਨੂੰ ਪੜ੍ਹੋ, ਆਪਣੇ ਇਤਿਹਾਸ ਦਾ ਅਧਿਐਨ ਕਰੋ। ਇਤਿਹਾਸ ਜਦੋਂ ਜੇਤੂ ਲਿਖਦੇ ਨੇ ਨਾ, ਤੇ ਫਿਰ ਜੇਤੂਆਂ ਦੇ ਜਿਹੜੇ ਰਾਜੇ ਨੇ ਉਹ ਸੁਰ ਦੇਵਤੇ ਹੋ ਜਾਂਦੇ ਨੇ, ਤੇ ਹਾਰੇ ਹੋਏ ਲੋਕ ਜਿਹੜੇ ਨੇ ਉਹ ਅਸੁਰ ਰਾਖਸ਼ ਹੋ ਜਾਂਦੇ ਨੇ। ਤੇ ਇਹ ਪ੍ਰਵਿਰਤੀ ਔਰ ਇਹ ਦੁਹਰਾ ਜਿਹੜਾ ਹੈ ਇਹ ਫਿਰ ਵਾਪਰ ਰਿਹਾ ਹੈ। ਆਪਣੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਵਰਸ, ਇਹ ਸੀ ਅੱਜ ਦੀ ਵੀਡੀਓ। ਡਾਕਟਰ ਸੁਖਪ੍ਰੀਤ ਸਿੰਘ ਜੀ ਨੇ, ਯਾਰ ਪਹਿਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਏਡਾ ਜ਼ਿਆਦਾ ਨੌਲੇਜ ਹੈ ਕਿ ਜਿਹਦਾ ਕੋਈ ਹਿਸਾਬ ਕਿਤਾਬ ਕੋਈ ਨਹੀਂ। ਸਾਨੂੰ ਪਾਕਿਸਤਾਨੀਆਂ ਨੂੰ ਵੀ ਸਿਰਫ 47 ਤੋਂ ਬਾਅਦ ਦਾ ਪਤਾ ਹੈ ਕਿ 47 'ਚ ਸਾਨੂੰ ਆਜ਼ਾਦੀ ਮਿਲੀ ਹੈ, 14 ਅਗਸਤ 1947 ਦੇ ਵਿੱਚ, ਅਤੇ ਉਸ ਤੋਂ ਬਾਅਦ ਸਾਨੂੰ ਕੁਛ ਨਾ ਕੁਛ ਪਤਾ ਹੈ। ਲੇਕਿਨ ਡਾਕਟਰ ਸੁਖਪ੍ਰੀਤ ਸਿੰਘ ਜੀ ਨੇ 1947 ਤੋਂ ਪਹਿਲੇ ਦੀ ਹਿਸਟਰੀ ਵੀ ਖੋਲ੍ਹ ਕੇ ਰੱਖ ਦਿੱਤੀ ਕਿ ਉਦੋਂ ਦਾ ਕੀ ਹਿਸਾਬ ਕਿਤਾਬ ਸੀਗਾ। ਮਤਲਬ ਕਿ 90 ਸਾਲ ਪਹਿਲੇ ਹੀ ਆਜ਼ਾਦੀ ਦੀ ਲਹਿਰ ਸ਼ੁਰੂ ਹੋ ਗਈ ਸੀ। 90 ਸਾਲ ਪਹਿਲੇ ਹੀ, ਮਤਲਬ ਕਿ ਇਹ ਸਾਰਾ ਜੋ ਇਹਨਾਂ ਨੇ ਮਤਲਬ ਕਿ ਸਾਰਾ ਕੁਝ ਦੱਸਿਆ ਵਾ, ਇਹ ਮੈਨੂੰ ਨਹੀਂ ਸੀ ਪਤਾ। ਮਤਲਬ ਕਿ ਇਹ ਨਾ ਮੈਂ ਕਦੀ ਪੜ੍ਹਿਆ ਵਾ, ਨਾ ਮੈਨੂੰ ਕਦੀ ਕਿਸੇ ਨੇ ਦੱਸਿਆ ਵਾ। ਅਤੇ ਜਿਹੜੀ ਵਿੱਚ ਗੱਲ ਕਰਨ ਦੇ ਸੀਗੇ ਕਿ ਸਿੱਖਾਂ ਨੂੰ, ਅੱਛਾ ਇੱਕ ਹੋਰ ਇਹਨਾਂ ਨੇ ਜਿਹੜੀ ਵਿੱਚ ਗੱਲ ਕੀਤੀ ਹੈ ਕਿ ਇਹ ਪਾਕਿਸਤਾਨ ਦਾ ਅਤੇ ਇੰਡੀਆ ਤਾਂ ਬਣਿਆ ਹੀ ਨਹੀਂ, ਇਹ ਤਾਂ ਵੰਡ ਹੋਈ ਹੈ ਅਤੇ ਇਹ ਪੰਜਾਬ ਦੀ ਹੋਈ ਹੈ। ਅਗਰ ਕੋਈ ਟੁਕੜੇ ਹੋਏ ਆ ਤਾਂ ਪੰਜਾਬ ਦੇ ਹੋਏ ਆ, ਪੰਜਾਬ ਦੇ ਲੋਕਾਂ ਦੇ ਹੋਏ ਆ। ਮੈਂ ਤਾਂ ਖੁਦ ਇਹਨਾਂ ਦੀ ਵਿੱਚ ਸਪੀਚ ਸੁਣ ਕੇ ਮੈਂ ਖੁਦ ਬੜਾ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ। ਜਿਹੜੇ ਅਸੀਂ ਆਪਣੇ ਵੱਡੇ ਬਾਬਿਆਂ ਦਾਦਿਆਂ ਕੋਲ ਸੁਣਦੇ ਰਹੇ ਹਾਂ, ਉਹੀ ਚੀਜ਼ ਨੂੰ ਬੜਾ ਕਲੀਅਰ ਕਰਕੇ ਸਮਝਾਉਂਦੇ ਸੀਗੇ ਕਿ ਵੀ ਕਿਸ ਤਰ੍ਹਾਂ ਮਤਲਬ ਕਿ ਦੁੱਖ ਤਕਲੀਫਾਂ ਦਿੱਤੀਆਂ ਵਾ, ਪਰ ਉਸ ਤਰ੍ਹਾਂ ਉਸ ਹਿਸਾਬ ਦੇ ਨਾਲ ਸਿੱਖਾਂ ਨੂੰ ਉਹਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ। ਮਤਲਬ ਕਿ ਉਸ ਹਿਸਾਬ ਦੇ ਨਾਲ ਸਿੱਖਾਂ ਨੂੰ ਇਹ ਕਹਿੰਦੇ ਹੈ ਕਿ ਅਗਰ ਤੁਸੀਂ 90 ਸਾਲ ਪਹਿਲੇ ਤੁਸੀਂ ਸਾਡੇ ਨਾਲ ਮੰਗ ਕਰਦੇ ਅਤੇ ਅਸੀਂ 90 ਸਾਲ ਪਹਿਲੇ ਹੀ ਆਜ਼ਾਦ ਹੋ ਜਾਣਾ ਸੀਗਾ। ਇਹ ਅਸੀਂ ਲੇਟ ਹੋਏ ਹਾਂ ਅਤੇ ਸਿੱਖਾਂ ਦਾ ਕਰਕੇ ਹੋਏ ਹਾਂ। ਨਵੀਂ ਗੱਲ ਸੁਣ ਲਓ ਜੀ ਯਾਰ, ਇਹ ਨਾ ਸਿਰਫ ਇੱਕ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹਰ ਜਗ੍ਹਾ ਦੇ ਉੱਤੇ। ਜਿੱਥੇ ਮੈਂ ਖੁਦ ਪੜ੍ਹਿਆ, ਜਿੱਥੇ ਤੱਕ ਮੈਂ ਖੁਦ ਵੇਖਿਆ, ਸਿੱਖਾਂ ਨੂੰ ਸਾਈਡ 'ਤੇ ਲਾਉਣ ਦੀ ਕੋਸ਼ਿਸ਼ ਹੈ। ਪਰ ਇਹ ਨਹੀਂ ਹੋ ਸਕਦਾ। ਅਸੀਂ ਪਾਕਿਸਤਾਨੀ ਹਾਂ, ਅਸੀਂ ਸਿੱਖਾਂ ਦੀ ਸਪੋਰਟ ਕਰਨੇ ਆ, ਕਰਦੇ ਰਹਾਂਗੇ। ਅਸੀਂ ਜਿੱਦਾਂ ਫਾਰਮਰਸ ਪ੍ਰੋਟੈਸਟ ਵਾਲੇ ਗਏ ਆ, ਅਸੀਂ ਉਹਨਾਂ ਦੀ ਵੀ ਸਪੋਰਟ ਕਰਨੇ ਆ। ਅਸੀਂ ਆਪਣੇ ਪੰਜਾਬੀ ਵੀ, ਕਿਉਂਕਿ ਸਾਨੂੰ ਪਤਾ ਵੈ ਕਿ ਇਹ ਪੰਜਾਬ ਦੇ 2 ਟੁਕੜੇ ਹੋਏ ਆ।
ये धरतियाँ ये कोई लैदा ये कोई आज़ादी को प्लेट च पा के नहीं मिली। ये सिर्फ अगर कुर्बानियाँ दित्तियाँ तो पंजाब ने दित्तियाँ। जिद्दां डॉक्टर सुखप्रीत सिंह जी ने कहा है 90% ਜਿਹੜੀਆਂ कुर्बानियाँ वै वो पंजाब ने दित्तियाँ वै, चाहे इधर का पंजाब होवे चाहे उधर का पंजाब होवे। ये फिर ही जाके पाकिस्तान ते इंडिया जाके बनया सीगा। सो व्यूअर्स वीडियो बड़ी ज़्यादा इन्फॉर्मेशन वाली सीगी ते वाकई सानू गल हकीकत सानू इतिहास सानू जेह्ड़ी हिस्टरी है सानू पढ़नी चाहिए है। तो वीडियो बड़ी ज़्यादा इंटरस्टिंग मेरी एक अपनी राय सी, मेरा एक अपना ख्याल सी, तुहाडा की ख्याल है, तुहाडी की राय है, तुसीं थल्ले कमेंट बॉक्स में लाजमी दसो। ये सी अज दी वीडियो, मिलांगे तुहानू अगली वीडियो वास्ते, इजाज़त चाहुंदे हैं, अल्लाह हाफ़िज़।